नमस्कार अज ये दसना बड़ा जरूरी है कि अज तक जोड़े हिंदू सिखों के झूठे मुकदमे दर्ज हुए हैं उस दिन ही प्रशासन ने साढ़े खिलाफ की किया या असी प्रशासन का तो भाईचारा बराबर करने वास्ते असी की किया वो साढ़े शफी जी ने मेरा ख्याल ब्रीफ करेंगे क्योंकि इन्होंने बहुत बड़ा रोल निभाया है कि शहर के सुख शांति स्थापित हो। मैं दसना चाहना जी देखो भाईचारा साडा छोटा जिहा शहर आ साडा भाईचारा सारे वीरां दा शुरू तो ज्यों असीं कुछ संभालिया हिंदू सिख मुसलमान वीर भी साडे नाल इकट्ठे रह रहे हैं पर अज ताईं इदां दी कोई दिक्कत आई नहीं सी। आ वीर जी हुणां ते जिहड़ा पर्चा होया ਉਹਦੇ ਵਿੱਚ मैं शारदा जी ने मेरे वीरां ने ਅਸੀਂ बड़े ਮਾਣ ਨਾਲ ਮੁਸਲਮਾਨ ਭਰਾਵਾਂ ਨੂੰ ਜਾ ਕੇ ਕਿਹਾ ਇਹਦੇ ਬਾਰੇ ਕਿ ਨਹੀਂ ਵੀਰੇ ਇਹ ਗਲਤ ਆ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਹੋ ਰਿਹਾ ਤੇ ਆਪਣਾ ਭਾਈਚਾਰਾ ਖਰਾਬ ਹੋਊਗਾ। ਤੁਸੀਂ ਬਾਹਰਲਾ ਬੰਦਾ ਕੋਈ ਵੀ ਵਿੱਚ ਨਾ ਪਾਓ ਜੇ ਕੋਈ ਗੱਲ ਆ ਕੋਈ ਦਿੱਕਤ ਆ ਆਪਾਂ ਬੈਠ ਕੇ ਉਸ ਗੱਲ ਦਾ ਹੱਲ ਕਰ ਲੈਂਦੇ ਹਾਂ। ਪਰ ਜੋ ਮੈਂ ਉਹਨਾਂ ਦੇ ਮਸਜਿਦ ਦੇ ਵਿੱਚ ਜਾ ਕੇ ਮੀਟਿੰਗ ਦੇ ਵਿੱਚ ਬੁਲਾਇਆ ਮੈਨੂੰ ਉਹਨਾਂ ਨੇ ਦੇਖਿਆ ਮੈਂ ਜਾ ਕੇ ਉਹਨਾਂ ਦਾ ਜੋ ਤਰੀਕਾ ਸੀ ਮੈਨੂੰ ਬੜਾ ਗਲਤ ਲੱਗਾ। ਜੋ ਉਹਨਾਂ ਦਾ ਬੋਲਣ ਦਾ ਤਰੀਕਾ ਸੀ ਜਾਂ ਸੰਗਠਨਾਂ ਦੇ ਅਗੇਂਸਟ ਬੋਲਣ ਦਾ ਤਰੀਕਾ ਸੀ ਜਾਂ ਬਾਈ ਨੇਮ ਬਦਮਾਸ਼ੀ ਤਾਂ ਹੈ ਜੀ ਉਹਨਾਂ ਦੇ ਇਮਾਮ ਸਾਹਿਬ ਆਏ ਮੈਂ ਤਾਂ ਉਹਨਾਂ ਨੂੰ ਮਿਲਣ ਗਿਆ ਸੀ ਸੁਣਨ ਗਿਆ ਸੀ ਤੇ ਪਰ ਉਹਨਾਂ ਨੇ ਵੀ ਕੋਈ ਸਿਆਣੇ ਵਾਲੀ ਗੱਲ ਨਹੀਂ ਕੀਤੀ ਆ ਕੇ ਉਹ ਵੀ ਕਹਿੰਦੇ ਕਿ ਨਹੀਂ ਵੀ ਜੇ ਲੜਨਾ ਪਿਆ ਤੇ ਆਪਾਂ ਲੜਾਂਗੇ ਤੁਸੀਂ ਯਾਰ ਬਾਹਰਲੇ ਬੰਦੇ ਆ ਕੇ ਸਾਡਾ ਭਾਈਚਾਰਾ ਕਿਉਂ ਖਰਾਬ ਕਰ ਰਹੇ ਜੇ ਕੋਈ ਗੱਲ ਹੋਊਗੀ ਤੇ ਆਪਾਂ ਬਹਿ ਕੇ ਆਪਾਂ ਵਿੱਚ ਨਿਬੇੜ ਲਾਂਗੇ। ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਪ੍ਰਸ਼ਾਸਨ ਨੂੰ ਵੀ ਸਾਡੇ ਵੀਰਾਂ ਦੇ ਪਰਚਾ ਕਰਾਇਆ ਇਹ ਮੇਰੇ ਖਿਆਲ 10 ਕੁ ਦਿਨ ਸਾਨੂੰ ਝੂਠੇ ਲਾਰੇ ਲਾ ਕੇ ਮਗਰ ਘੁਮਾਉਂਦੇ ਰਹੇ ਮੈਨੂੰ ਤਾਂ ਸ਼ਰਧਾ ਹੀ ਵੀ ਆਪਾਂ ਇਸ ਗੱਲ ਨੂੰ ਮੁਕਾ ਲੈਣਾ ਪਹਿਲੇ ਝਗੜੇ ਵਾਲੀ ਪਹਿਲਾਂ ਮੇਰੇ ਨਾਲ ਬਾਈ ਉਹਨਾਂ ਦੀ ਗੱਲ ਹੋਈ ਸੀ ਮੈਂ ਚਲੋ ਉਹਨਾਂ ਨੂੰ ਮੈਂ ਜ਼ੋਰ ਵੀ ਪਾਇਆ ਵੀ ਯਾਰ ਕੋਈ ਗੱਲ ਨਹੀਂ ਝਗੜੇ ਹੁੰਦੇ ਰਹਿੰਦੇ ਆ ਕਿ ਆਪਾਂ ਇਸ ਚੀਜ਼ ਨੂੰ ਨਿਬੇੜ ਦਈਏ 10 ਦਿਨ ਆਪਾਂ ਨੂੰ ਝੂਠੇ ਲਾਰੇ ਲਾ ਕੇ ਮਗਰ ਘੁਮਾਉਂਦੇ ਰਹੇ। एक मुंडा हैगा जी जिहदे डॉक्टर ने सट लगी आ कभी कहते मलेरकोटले गया कभी कहते फिर माता जी दे गया आ जाएगा तो एफीडेविट भी मैं खुद बना के कोल उन्होंने कोल पैसे होणगे हुण भी एफीडेविट पर उन्हें साइन नहीं किए पता नहीं उन्होंने मंशा की सी पर प्यार नाल असीं पूरा जोर ला के देख लिया रिस्पैक्ट भी करके देख ली सारे वीरां दी उन्हां दी पर वो नहीं मन्ने। हुण साडा हिंदू भाईचारा संगठन सारे मेरे बड़े वीर बैठे ने जिद्दां ਇਹ ਕਹਿਣਗੇ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ। ਇੱਕ ਭਾਈਚਾਰੇ ਨੂੰ ਖਰਾਬ ਕਰਨ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਉਹ ਬਹੁਤ ਹੀ ਦੁਰਭਾਗਿਆਪੂਰਨ ਹੈ। ਬੇਸ਼ੱਕ ਉਹ ਰਾਮਨੌਮੀ ਦੇ ਜੂਸ ਦੇ ਵਿੱਚ ਹੋਵੇ ਜਾਂ ਹਨੂੰਮਾਨ ਜਯੰਤੀ ਦੇ ਉਪਲਕਸ਼ ਵਿੱਚ ਹੋਵੇ ਔਰ ਉਸ ਤੋਂ ਪਹਿਲਾਂ ਆਪੇ ਹੀ ਕ੍ਰੀਏਟ ਕਰਕੇ ਕੁਝ ਮਸਲੇ ਇੱਕ ਸਮਾਜ ਸਾਡੇ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰਦਾ। ਕਰਨਾਟਕਾ ਦਾ ਮਸਲਾ ਹਿਜਾਬ ਦਾ ਜਿਹੜਾ ਖੁਦ ਕ੍ਰੀਏਟ ਕੀਤਾ ਇਹਨਾਂ ਨੇ ਉਹਦੇ ਪਿੱਛੇ ਭਾਵਨਾ ਸਿਰਫ ਇੰਨੀ ਹੈ ਕਿ ਕਿਸੇ ਤਰੀਕੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਮਾਹੌਲ ਨੂੰ ਖਰਾਬ ਕੀਤਾ ਜਾਵੇ। ਉਸ ਮਾਹੌਲ ਨੂੰ ਖਰਾਬ ਕਰਨ ਦੇ ਲਈ ਜਿੱਥੇ ਜਿੱਥੇ ਵੀ ਜਿਸ ਸ਼ਹਿਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਇਹਨਾਂ ਦੀ ਜਥੇਬੰਦੀਆਂ ਉਹਨਾਂ ਨੇ ਉਸ ਦਾ ਪ੍ਰੋਟੈਸਟ ਕਰਨ ਦੇ ਲਈ 500 700 ਬੰਦਾ ਜਾ ਕੇ ਹਿਜਾਬ ਦੇ ਮਸਲੇ ਦੇ ਉੱਪਰ ਅੱਲਾਹੂ ਅਕਬਰ ਦੇ ਨਾਅਰੇ ਲਗਾਉਂਦੇ ਹੋਏ ਸ਼ਹਿਰ ਵਿੱਚ ਘੁੰਮਦੇ ਨੇ ਜਿਹਦਾ ਸਿਰਫ ਇੱਕ ਹੀ ਮੰਤਵ ਹੈ ਉਹਨਾਂ ਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਹਿੰਦੂਆਂ ਦੇ ਵਿੱਚ ਮੁਸਲਮਾਨਾਂ ਦਾ ਡਰ ਪੈਦਾ ਕੀਤਾ ਜਾਵੇ ਜਿੱਦਾਂ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕਰ ਰਹੇ ਨੇ ਔਰ ਉਹੀ ਮਾਹੌਲ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਹੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਸਾਡੇ ਕਿਸੇ ਵੀ ਕਦੀ ਵੀ हिंदू संगठनों ने या किसी एक भी हिंदू ने किसी भी भाईचारे की गल करिए या किसी भी समाज की गल करिए किसी भी धार्मिक फंक्शन के या किसी भी धार्मिक प्रक्रिया के बाधा बनने की कोशिश नहीं की। लेकिन ये समाज जानबूझ के फालतू के मसले क्रिएट करके पूरे देश में अग लगाना चाहते हैं जिहड़ा कि ठीक नहीं है। और ਉਹਦੇ ही बनस्पत इन्होंने जो साढ़े हिंदू नेतावां के उपर आके मामले दर्ज कराने की कोशिश की
ਜਾਂ ਦਰਜ ਕਰਵਾਏ ਹੋਏ ਨੇ। ਇਹ ਪ੍ਰਸ਼ਾਸਨ ਦੇ ਉੱਪਰ ਸਿੱਧਾ ਬਹੁਤ ਵੱਡਾ ਦਬਾਅ ਦੀ ਨੀਤੀ ਇਹਨਾਂ ਲੋਕਾਂ ਦੀ ਚੱਲ ਰਹੀ ਹੈ, ਜਿਹੜੀ ਕਿ ਦੇਸ਼ ਦੇ ਲੈਵਲ ਤੋਂ ਚੱਲ ਰਹੀ ਹੈ। ਔਰ ਇਹ ਪਿਛਲੀਆਂ ਸਰਕਾਰਾਂ ਸੀ, ਉਹਨਾਂ ਲੋਕਾਂ ਨੇ ਇਹਨਾਂ ਨੂੰ ਇੰਨਾ ਵਧਾਵਾ ਦਿੱਤਾ, ਜਿਹਦੇ ਕਰਕੇ ਅੱਜ ਇਹ ਉਸਰੇ ਪਏ ਨੇ ਔਰ ਪੂਰੇ ਹਿੰਦੂ ਸਮਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਸਲਾ ਠੀਕ ਨਹੀਂ ਹੈ, ਇਹ ਹਾਲਾਤ ਠੀਕ ਨਹੀਂ ਹੈ। ਇਹਦੇ ਲਈ ਮੈਂ ਟੋਟਲ ਹਿੰਦੂ ਸੰਗਠਨਾਂ ਨੂੰ ਇਹ ਆਹਵਾਨ ਕਰੂੰਗਾ ਕਿ ਇਸ ਤਰੀਕੇ ਨਾਲ ਜੇ ਅਸੀਂ ਸੰਗਠਿਤ ਹੋ ਕੇ ਨਾ ਚੱਲੇ ਤੇ ਸਾਡੇ ਜਿੰਨੇ ਵੀ ਹਿੰਦੂ ਨੇਤਾ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਮਸਲੇ ਬਣਦੇ ਰਹਿਣੇ ਆ, ਉਹਨਾਂ ਦੇ ਉੱਪਰ ਕੇਸ ਬਣਦੇ ਰਹਿਣੇ ਆ। ਔਰ ਜੇ ਇਹ ਕੇਸ ਬਣਦੇ ਹੋਏ ਸਾਡੇ ਹਿੰਦੂ ਨੇਤਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਇਹ ਸਮਝ ਲਓ ਕਿ ਹਿੰਦੂਆਂ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਮੈਂ ਅੱਜ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਹਿੰਦੂ ਸੰਗਠਨ ਦੁਬਾਰਾ ਖੜੇ ਹੋਏ ਤੇ ਇਸੀ ਮੰਦਰ ਦੇ ਵਿੱਚ ਜਿਹੜਾ ਅੱਗੇ ਪਹਿਲਾਂ ਵੀ ਐਜੀਟੇਸ਼ਨ ਕੀਤੀ ਗਈ ਸੀਗੀ, ਉਹ ਐਜੀਟੇਸ਼ਨ ਦੁਬਾਰਾ ਵੀ ਹੋ ਸਕਦੀ ਹੈ। ਔਰ ਜੇ ਪ੍ਰਸ਼ਾਸਨ ਨੇ ਦੁਰਭਾਵਨਾ ਦੇ ਨਾਲ ਸਾਡੇ ਹਿੰਦੂ ਨੇਤਾਵਾਂ ਦੇ ਉੱਪਰ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਬਾਰ-ਬਾਰ, ਤੇ ਉਹ ਦੁਬਾਰਾ ਐਜੀਟੇਸ਼ਨ ਹੋਗੀ ਔਰ ਉਹ ਐਜੀਟੇਸ਼ਨ ਸੰਭਾਲੀ ਨਹੀਂ ਜਾਏਗੀ। ਜੈ ਸ਼੍ਰੀ ਰਾਮ ਜੀ। ਸਾਰੇ ਹੀ ਆਏ ਹੋਏ ਵੀਰਾਂ ਨੂੰ ਮੈਂ ਜੈ ਸ਼੍ਰੀ ਰਾਮ ਕਹਿੰਦੇ ਹੋਇਆ ਇਹ ਬੇਨਤੀ ਕਰਨਾ ਚਾਹੂੰਗਾ, ਜਿਸ ਤਰ੍ਹਾਂ ਸਫੀ ਭਾਜੀ ਨੇ, ਮੇਰ ਜੀ ਨੇ ਵਿਸਤਾਰਪੂਰਵਕ ਦੱਸਿਆ, ਉਸੇ ਹੀ ਲਾਈਨ 'ਤੇ ਚੱਲਦੇ ਹੋਏ ਸਾਡੀ ਸੋਚ ਹੋਣੀ ਚਾਹੀਦੀ ਹੈ ਕਿ ਚਾਹੇ ਕਿਸੇ ਵੀ ਭਰਾ ਤੇ ਹਿੰਦੂ ਭਾਈ 'ਤੇ ਕੋਈ ਗਲਤ ਕੰਮ ਹੁੰਦਾ, ਗਲਤ ਪਰਚਾ ਹੁੰਦਾ, ਗਲਤ ਉਹਦੇ 'ਤੇ ਕੋਈ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਧੱਕਾ ਕੀਤਾ ਜਾਂਦਾ, ਉਹਦੇ ਲਈ ਸਾਨੂੰ ਸਾਰੇ ਸੰਗਠਨਾਂ ਨੂੰ ਇਕਜੁੱਟ ਹੋ ਕੇ ਹਿੰਦੂਤਵ ਲਈ ਸੋਚ ਕੇ ਚੱਲਣਾ ਚਾਹੀਦਾ। ਨਾ ਕਿ ਇਸ ਵੇਲੇ ਇਹ ਮਾਹੌਲ ਆ ਕਿ ਇਹ ਕਿੱਦਾਂ ਹੋਇਆ, ਉਹ ਕਿੱਦਾਂ ਹੋਇਆ, ਕਿੰਤੂ ਪਰੰਤੂ 'ਚ ਪੈਣਾ ਚਾਹੀਦਾ। ਮੈਂ ਵਿਸ਼ਵਾਸਨ ਦਿੰਦਾ, ਮੈਂ ਰਾਮਲੀਲਾ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਡਾ ਸੰਗਠਨ, ਉਹਦੇ ਬਾਅਦ ਵਪਾਰੀ ਵਰਗ, ਉਹਦੇ ਬਾਅਦ ਸ਼ਹਿਰ ਦਾ ਹਰ ਸਮਝਦਾਰ ਤੇ ਸੁਲਝਿਆ ਬੰਦਾ, ਜਿੱਦਾਂ ਮੇਚੀ ਨੇ ਦੱਸਿਆ ਪਿਛਲੀ ਐਜੀਟੇਸ਼ਨ 'ਚ ਸਾਡੇ ਨਾਲ ਸੀ। ਜੇ ਕੋਈ ਧੱਕਾ ਹੁਣ ਵੀ ਹੋਇਆ ਤਾਂ ਸਭ ਨਾਲ ਹੋਣਗੇ। ਧੰਨਵਾਦ। ਇਹਨਾਂ ਨੇ ਕੀਤਾ ਸਫੀ ਉਹਨਾਂ ਨੇ ਜਾ ਕੇ ਮਸਜਿਦ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਆਲਾ ਜੋ ਵੀ ਉਹਨਾਂ ਦੇ ਸੰਗਠਨ ਦੇ ਸੀਗੇ, ਆਲਾ ਬੰਦੇ ਸੀਗੇ, ਉੱਚ ਪੱਧਰ ਦੇ ਬੰਦੇ ਸੀ, ਉਹਨਾਂ ਦੇ ਨਾਲ ਵੀ ਪਿਆਰ ਦੇ ਨਾਲ ਹਰ ਤਰ੍ਹਾਂ ਦੀ ਗੱਲ ਕਰਕੇ ਦੇਖ ਲਈ ਆ, ਜਿਹਦੇ ਛਿੱਟੇ ਵੀ ਕੁਝ ਨਹੀਂ ਨਿਕਲ ਪਾਏ। ਇਹਦਾ ਇੱਥੋਂ ਹੁਣ ਇਹ ਹੀ ਸਾਬਤ ਹੁੰਦਾ ਹੈਗਾ ਕਿ ਤੁਹਾਡੇ ਸੰਗਠਨਾਂ ਨੂੰ ਕੁਛ ਨਾ ਕੁਛ ਕਰਨਾ ਪਏਗਾ। ਉਹ ਕੀ ਕਰਨਾ ਹੈਗਾ, ਇਹਦੀ ਰਣਨੀਤੀ ਕਦੋਂ ਤਿਆਰ ਹੋਏਗੀ? ਬਹੁਤ ਜਲਦੀ ਅਸੀਂ ਇਹਦੀ ਰਣਨੀਤੀ ਤਿਆਰ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਹੀ ਸਿਰਫ ਇਹ ਹੈ ਕਿ ਜਿਹੜਾ ਇਹ ਧੱਕਾ ਲਗਾਤਾਰ ਕੀਤਾ ਜਾ ਰਿਹਾ, ਪ੍ਰਸ਼ਾਸਨ ਦੇ ਆਸ਼ਵਾਸਨ ਤੋਂ ਬਾਅਦ ਵੀ ਇਹ ਸੋਚਦੇ ਆ ਕਿ ਹਿੰਦੂ ਸਮਾਜ ਬਹੁਤ ਸਹਿਣਸ਼ੀਲ ਸਮਾਜ ਹੈ, ਹਮੇਸ਼ਾ ਗੱਲ ਨੂੰ ਆਪਣੇ ਉੱਪਰ ਲੈ ਕੇ ਆਪਣੇ ਵਧੀਕੀਆਂ ਨੂੰ ਵੀ ਸਹਿ ਲੈਂਦਾ। ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਜੇ ਵਧੀਕੀਆਂ ਜ਼ਿਆਦਾ ਵਧੀਆਂ ਤੇ ਵਧੀਕੀਆਂ ਨੂੰ ਸਹਿ ਨਹੀਂ ਕੀਤਾ ਜਾਊਗਾ, ਬਹੁਤ ਅੱਛੇ ਤਰੀਕੇ ਨਾਲ, ਬਹੁਤ ਪਲੈਨਡ ਵੇ ਦੇ ਨਾਲ ਅਸੀਂ ਇੱਕ ਐਜੀਟੇਸ਼ਨ ਕਰਾਂਗੇ ਔਰ ਇਹ ਪ੍ਰਸ਼ਾਸਨ ਨੂੰ ਦਿਖਦਾ ਰਹੇਗਾ। ਸਰ, ਜਿਵੇਂ ਕਿ ਤੁਸੀਂ ਦੱਸ ਕੇ ਹਟੇ ਹੋ ਕਿ ਇਹ ਲੋਕ ਜਿਹੜੇ ਹੈਗੇ ਆ, ਇੱਕ ਪਾਸੇ ਤਾਂ ਤੁਸੀਂ ਜਿਹੜੇ ਹੈਗੇ ਆ ਜਿੰਨੇ ਵੀ ਸਾਰੇ ਪ੍ਰਯਾਸ ਕਰ ਰਹੇ ਆ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ, ਉਹਦੇ ਵਾਸਤੇ ਤੁਸੀਂ ਪੂਰਾ ਪ੍ਰਯਾਸ ਕਰ ਰਹੇ ਹੋ। ਦੂਜੇ ਪਾਸੇ ਉਹ ਸੰਗਠਨ ਸਗੋਂ ਜਿਹੜਾ ਹੈਗਾ ਵਾ ਇੱਧਰਲੇ ਪਾਸੇ ਨੂੰ ਚੱਲਣ ਦੀ ਬਜਾਏ ਜਗ੍ਹਾ ਜਗ੍ਹਾ ਜਾ ਕੇ, ਤੁਹਾਡੇ ਮੁਤਾਬਕ ਹੀ ਜਗ੍ਹਾ ਜਾ ਕੇ ਉਹ ਗਰਮ ਦਲੀਆਂ ਵਾਲਾ ਜਿਹੜਾ ਹੈਗਾ ਪ੍ਰਚਾਰ ਕਰ ਰਹੇ ਹੈਗੇ ਆ, ਸੰਗਠਨ ਨੂੰ ਆਪਣੇ ਨੂੰ ਹੋਰ ਜ਼ਿਆਦਾ ਕਾਇਮ ਕਰ ਰਹੇ ਆ, ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈਗਾ। ਇਹਦੇ ਵਾਸਤੇ ਕੀ ਤੁਹਾਨੂੰ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਮਿਲਣਾ ਚਾਹੀਦਾ? ਕੁਛ ਨਹੀਂ, ਪਹਿਲਾਂ ਵੀ ਪ੍ਰਸ਼ਾਸਨ ਨੂੰ ਅਸੀਂ ਮਿਲ ਕੇ ਆਏ ਸੀ, ਐਸਐਸਓ ਨੂੰ ਮਿਲ ਕੇ ਆਏ ਸੀਗੇ, ਕੈਂਡੀਡੇਟ ਕੈਂਡਰ ਨਾਲ ਮੀਟਿੰਗ ਕੀਤੀ ਸੀ। ਉਹਨਾਂ ਨੇ ਇਨਕੁਆਇਰੀ ਮਾਰਕ ਨਹੀਂ ਕੀਤੀ ਸੀ, ਆਸ਼ਵਾਸਨ ਵੀ ਦਿੱਤਾ ਸੀਗਾ ਕਿ ਕਿਸੇ ਦੇ ਨਾਲ ਕੋਈ ਦਿੱਕਤ ਨਹੀਂ ਹੋਏਗੀ। ਲੇਕਿਨ ਉਸ ਤੋਂ ਬਾਅਦ ਜੇ ਪ੍ਰੈਸ਼ਰਾਈਜ਼ ਹੋ ਕੇ ਉਹਨਾਂ ਨੇ ਕੇਸ ਰਜਿਸਟਰ ਕੀਤੇ ਆ ਤੇ ਅਸੀਂ ਇਮੀਡੀਏਟ ਹੀ ਪ੍ਰੋਗਰਾਮ ਬਣਾਉਣ ਦੇ ਲਈ ਅੱਜ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਪਏ ਹਾਂ। ਬਹੁਤ ਜਲਦੀ ਦੁਆਰਾ ਪ੍ਰਸ਼ਾਸਨ ਨੂੰ ਮਿਲਾਂਗੇ। ਜੇ ਪ੍ਰਸ਼ਾਸਨ ਨੇ ਇਨਕੁਆਇਰੀ ਆਪਣੀ ਪੂਰੀ ਨਹੀਂ ਕੀਤੀ, ਪ੍ਰਸ਼ਾਸਨ ਨੇ ਆਪਣੀ ਇਨਕੁਆਇਰੀ ਪੂਰੀ ਕਰਕੇ ਉਹਦਾ ਸਿੱਟਾ ਨਹੀਂ ਕੱਢਿਆ, ਤੇ ਨੈਚੁਰਲੀ ਆ ਕਿ ਸਾਡੇ ਹੱਥ ਵੀ ਕੁਝ ਨਹੀਂ ਰਹਿੰਦਾ। ਅਸੀਂ ਲੋਕ ਫਿਰ ਐਜੂਕੇਸ਼ਨ ਵਾਲੇ ਪਾਸੇ ਤੁਰਾਂਗੇ, ਅਸੀਂ ਸੰਘਰਸ਼ ਵਾਲੇ ਪਾਸੇ ਤੁਰਾਂਗੇ, ਤੇ ਕਿਸੇ ਨੂੰ ਇਸ ਦਾ ਸ਼ੱਕ ਹੀ ਨਹੀਂ ਰਹਿਣਾ ਚਾਹੀਦਾ। ਜਿੰਨੀਆਂ ਵੀ ਸੰਸਥਾਵਾਂ ਹੁਸ਼ਿਆਰਪੁਰ ਦੀਆਂ ਪੁਲਿਸ ਪ੍ਰਸ਼ਾਸਨ ਦੇ ਅਨਿਆਏ ਦੇ ਖਿਲਾਫ ਔਰ ਵੱਧਦੀ ਹੋਈ ਮੁਸਲਿਮ ਸੰਖਿਆ ਦੇ ਖਿਲਾਫ ਅੱਜ ਇਕਜੁੱਟ ਹੋਈਆਂ, ਮੈਂ ਇਹਨਾਂ ਦਾ ਧੰਨਵਾਦ ਕਰਦਾ।
ਇਹ ਦੱਸਣਾ ਅੱਜ ਦੇ ਪੱਤਰਕਾਰ ਸੰਮੇਲਨ ਦੇ ਵਿੱਚ ਬੜਾ ਜ਼ਰੂਰੀ ਹੈ। ਵੈਸੇ ਤੁਸੀਂ ਸਾਰਾ ਕੁਝ ਜਾਣਦੇ ਵੀ ਹੋ ਕਿ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਅਸੀਂ ਪ੍ਰਸ਼ਾਸਨ ਨਾਲ ਵੀ ਪੂਰੀ ਕੋਆਪਰੇਟ ਕੀਤਾ। ਸਾਡੇ ਭਰਾਵਾਂ ਨੇ ਜਿਸ ਤਰੀਕੇ ਨਾਲ ਸਾਨੂੰ ਕਿਹਾ ਅਸੀਂ ਚੱਲੇ ਹਾਂ। ਅਸੀਂ ਭਾਈਚਾਰੇ ਦੇ ਦਾਇਰੇ ਤੋਂ ਬਾਹਰ ਇੱਕ ਕਦਮ ਵੀ ਨਹੀਂ ਰੱਖਿਆ, ਪਰ ਉਸ ਦਾ ਨਤੀਜਾ ਇਹ ਮਿਲਿਆ ਕਿ ਜਿਹੜੇ ਝਗੜਾ ਅਸੀਂ ਕੀਤਾ ਹੀ ਨਹੀਂ ਔਰ ਜੋ ਦਫਾ ਧਾਰਾਂ ਬਣਦੀਆਂ ਹੀ ਨਹੀਂ, ਪੁਲਿਸ ਪ੍ਰਸ਼ਾਸਨ ਨੇ ਸਾਨੂੰ ਦਬਾਉਣ ਵਾਸਤੇ ਉਹ ਧਾਰਾ ਲਗਾ ਕੇ ਸਾਨੂੰ ਦੋਸ਼ੀ ਬਣਾਤਾ, ਮੁਜਰਮ ਬਣਾਤਾ ਕਿ ਹੇਟ ਸਪੀਚ ਵਾਲੇ। ਜੇ ਹੇਟ ਸਪੀਚ ਦਿੱਤੀ ਹੈ ਤਾਂ ਵਾਕਿਆ ਹੀ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, ਪਰ ਅਸੀਂ ਹੇਟ ਸਪੀਚ ਨਹੀਂ ਦਿੱਤੀ। ਉਲਟਾ ਉਸ ਸਪੀਚ ਦੇ ਵਿੱਚ ਕਿਹਾ ਕਿ ਇਮਾਮ ਸਾਹਿਬ ਮੇਰੇ ਦੋਸਤ ਨੇ, ਬਾਹਰ ਆ ਜਾਣ, ਸਾਡੀ ਗੱਲ ਸੁਣ ਲੈਣ। ਮੈਂ ਅੱਜ ਇੱਕ ਵਾਰ ਫੇਰ ਦੁਹਰਾਉਣਾ ਚਾਹੁੰਦਾ ਕਿ ਸਾਰੇ ਹਿੰਦੂ ਸੰਸਥਾਵਾਂ, ਸਾਰੀਆਂ ਸਿੱਖ ਸੰਸਥਾਵਾਂ ਨੇ ਸਾਨੂੰ ਹੁੰਗਾਰਾ ਦਿੱਤਾ ਹੈ ਕਿ ਅਸੀਂ ਇਸ ਅਨਿਆਏ ਦੇ ਖਿਲਾਫ ਜ਼ਰੂਰ ਲੜਨਾ, ਔਰ ਅਨਿਆਏ ਦੇ ਖਿਲਾਫ ਲੜਨ ਵਾਸਤੇ ਚਾਹੀਦੀ ਰਣਨੀਤੀ ਜੋ ਸਾਨੂੰ ਸੰਵਿਧਾਨ ਨੇ ਸਾਨੂੰ ਰਾਈਟ ਦਿੱਤੇ, ਅਸੀਂ ਉਸ ਦਾ ਇਸਤੇਮਾਲ ਜ਼ਰੂਰ ਕਰਨਾ। ਪਰ ਮੇਰੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ, ਨਵੇਂ ਆਏ ਨੇ, ਅਸੀਂ ਪੁਰਾਣੀਆਂ ਘਟਨਾਵਾਂ ਦੀ ਜਿਹੜਾ ਸਾਡੇ ਤੇ ਅਨਿਆਏ ਹੋਇਆ ਉਸ ਨੂੰ ਲੈ ਕੇ ਅਸੀਂ ਸਾਰਾ ਇਹ ਹਿੰਦੂ ਸਮਾਜ ਉਹਨਾਂ ਦੇ ਕੋਲ ਮਿਲਣ ਵੀ ਗਿਆ ਸੀਗਾ ਤੇ ਐਪਲੀਕੇਸ਼ਨ ਵੀ ਦਿੱਤੀ ਸੀ, ਪਰ ਅੱਜ ਤੱਕ ਉਸ 'ਤੇ ਕਾਰਵਾਈ ਨਹੀਂ ਹੋਈ। ਇਸ ਕਰਕੇ ਮਜਬੂਰਨ ਸਾਨੂੰ ਸੰਘਰਸ਼ ਦਾ ਜਿਹੜਾ ਰਸਤਾ ਹੈਗਾ ਇਹ ਅਪਣਾਉਣਾ ਪੈ ਰਿਹਾ ਹੈਗਾ। ਨੰਬਰ 1, ਸਭ ਤੋਂ ਪਹਿਲਾਂ ਤਾਂ 2 ਜਾਂ 3 ਦਿਨਾਂ ਬਾਅਦ ਸਾਰੇ ਹੁਸ਼ਿਆਰਪੁਰ ਵਿੱਚ ਕਾਲੇ ਝੰਡਿਆਂ ਦੇ ਨਾਲ ਝੂਠੇ ਮੁਕੱਦਮਿਆਂ ਦਾ ਵਿਰੋਧ ਕੀਤਾ ਜਾਊਗਾ। ਨੰਬਰ 2 ਤੇ ਇੱਕ ਸ਼ਕਤੀ ਪ੍ਰਦਰਸ਼ਨ ਉਹ ਜ਼ਰੂਰ ਕੱਢਾਂਗੇ। ਮੈਂ ਸਭ ਤੋਂ ਪਹਿਲਾਂ ਇਹ ਸਾਰੇ ਆਪਣੇ ਜਿੰਨੇ ਵੀ ਸਾਥੀਆਂ ਨਾਲ ਸਲਾਹ ਕਰ ਚੁੱਕੇ ਹਾਂ, ਭਾਈ 1-2 ਸਾਥੀਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਸਭ ਤੋਂ ਪਹਿਲਾਂ ਕਾਲੇ ਝੰਡੇ, ਫਿਰ ਰੋਸ ਰੈਲੀ ਕੱਢੀ ਜਾਊਗੀ ਔਰ ਉਸ ਤੋਂ ਬਾਅਦ ਸੰਵਿਧਾਨ ਦਾ ਇਸਤੇਮਾਲ ਕਰਦੇ ਹੋਏ ਸਾਨੂੰ ਜਿਹੜੇ ਫੰਡਾਮੈਂਟਲ ਰਾਈਟਸ ਦਿੱਤੇ ਆ, ਅਸੀਂ ਭੁੱਖ ਹੜਤਾਲ 'ਤੇ ਵੀ ਬੈਠਾਂਗੇ, ਮਰਨ ਵਰਤ ਤੱਕ ਵੀ ਜਾਵਾਂਗੇ ਜਦ ਤੱਕ ਝੂਠੇ ਮੁਕੱਦਮੇ ਕੈਂਸਲ ਨਹੀਂ ਹੁੰਦੇ। ਤੇ ਝੂਠੇ ਮੁਕੱਦਮੇ ਦਰਜ ਕਰਾਉਣ ਵਾਲੇ ਆ ਜਿਹੜੇ ਹੈਗੇ ਆ, ਜਿਨ੍ਹਾਂ ਨੇ ਸਾਡਾ ਨਾਮ ਪਵਾਇਆ, ਡਾਕਟਰ ਨੂੰ ਸਿਖਾ ਕੇ ਮੇਰਾ ਨਾਮ ਪਾਇਆ ਗਿਆ, ਲੱਕੀ ਜੀ ਦਾ ਨਾਮ ਪਾਇਆ ਗਿਆ, ਅਸ਼ਨੀ ਛੋਟੇ ਜੀ ਦਾ ਨਾਮ ਪਾਇਆ ਗਿਆ, ਉਹ ਇਸੇ ਕਰਕੇ ਨਾਮ ਪਾਇਆ ਹੈ ਕਿ ਉਹਨਾਂ ਨੇ ਆਪਣੀ ਦੁਸ਼ਮਣੀ ਕੱਢੀ ਹੈ। ਉਹਨਾਂ ਤੇ ਮੁਕੱਦਮਾ ਹੋਣਾ ਜ਼ਰੂਰੀ ਹੈ ਨਾ ਇਨਕੁਆਰੀ ਦੇ ਵਿੱਚ। ਪੁਲਿਸ ਨੂੰ ਇਹ ਇਨਕੁਆਰੀ ਕਰਨੀ ਚਾਹੀਦੀ ਹੈ ਕਿ ਡਾਕਟਰ ਨਹੀਂ ਜਾਣਦਾ ਰਣਜੀਤ ਰਾਣਾ ਕੌਣ ਹੈ, ਡਾਕਟਰ ਨਹੀਂ ਜਾਣਦਾ ਲੱਕੀ ਠਾਕਰ ਕੌਣ ਹੈ, ਡਾਕਟਰ ਨਹੀਂ ਜਾਣਦਾ ਅਸ਼ਨੀ ਛੋਟਾ ਕੌਣ ਹੈ। ਉਸਦੇ ਮੂੰਹ ਦੇ ਵਿੱਚ ਅਲਫਾਜ਼ ਜਿਸ ਨੇ ਪਾਇਆ ਉਹਨਾਂ ਤੇ ਮੁਕੱਦਮਾ ਦਰਜ ਕਰਵਾਉਣਾ। ਸਾਡੇ ਬੂਟਾ ਰਾਮ ਨੂੰ, ਸਾਡੇ ਅਸ਼ਵਨੀ ਠਾਕਰ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਬੂਟਾ ਰਾਮ ਨੂੰ, ਜਿਹਦੇ ਕਰਕੇ ਝਗੜਾ ਹੋਇਆ। ਉਹ ਕ੍ਰਾਸ ਮੁਕੱਦਮਾ ਵੀ ਨਹੀਂ ਦਿੱਤਾ ਪ੍ਰਸ਼ਾਸਨ ਨੇ। ਇਹ ਹੋ ਗਿਆ ਲੜਾਈ ਦਾ ਜੋ ਵੀ ਸਾਡੇ ਤੇ ਧੱਕਾ ਹੋਇਆ, ਅਨਿਆਏ ਹੋਇਆ ਉਹ। ਔਰ ਸੰਦੀਪ ਪੰਡਤ ਜੀ ਜਿਹੜੇ ਐਡਵੋਕੇਟ ਨੇ, ਉਹਨਾਂ ਨੇ ਇੱਕ ਐਪਲੀਕੇਸ਼ਨ ਪਾਤੀ ਕਿ ਜਿਹੜੇ ਸੁਪਰੀਮ ਕੋਰਟ ਦੇ ਲਾਅ ਹੈ ਤੇ ਉਹਦਾ ਇਹਨਾਂ ਨੇ ਐਸਐਚਓ ਦੇਸਰਾਜ ਨੇ ਤੇ ਏਐਸਆਈ ਚਰਨਜੀਤ ਨੇ ਪਾਲਣ ਨਹੀਂ ਕੀਤਾ। ਉਹਨਾਂ ਨੇ ਐਪਲੀਕੇਸ਼ਨ ਲਾਤੀ। ਐਪਲੀਕੇਸ਼ਨ ਦੇ ਵਿੱਚ ਐਸਐਚਓ ਮਾਫੀ ਮੰਗ ਕੇ ਆਇਆ ਕਿ ਜੋ ਮੈਂ ਬੰਦਿਆਂ ਦੇ ਮੁਕੱਦਮੇ ਦੇ ਕੇ ਹਿੰਦੂ ਸਮਾਜ ਦੇ ਨੇਤਾਵਾਂ ਦੇ ਮੁਕੱਦਮੇ ਦਿੱਤੇ ਆ, ਮੈਂ ਵਾਕਿਆ ਹੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਿਆ ਨਹੀਂ ਤੇ ਮੈਂ ਅਨਕੰਡੀਸ਼ਨਲ ਮਾਫੀ ਮੰਗਦਾ। ਸੋ ਮਾਫੀ ਅਨਕੰਡੀਸ਼ਨਲ ਉਹਨੂੰ ਦੱਸਿਆ ਹੀ ਨਹੀਂ ਕਿ ਮੈਂ ਜਿਨ੍ਹਾਂ ਨੂੰ ਤੁਸੀਂ ਟੌਰਚਰ ਕੀਤਾ, ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ, ਜਿਨ੍ਹਾਂ ਦੇ ਘਰ ਦੇ ਵਿੱਚ ਛਾਪੇ ਮਾਰੇ ਗਏ, ਜਿਨ੍ਹਾਂ ਦੇ ਵਿੱਚ ਇਹੋ ਜਿਹਾ ਖੌਫ ਬਣਾਤਾ ਗਿਆ ਕਿ ਪਤਾ ਨਹੀਂ ਉਹਨਾਂ ਨੇ 25-50 ਕਿਤੇ ਡਕੈਤੀਆਂ ਮਾਰ ਦਿੱਤੀਆਂ, ਕਤਲ ਕਰ ਦਿੱਤੇ ਹੋਵੇ, ਇੱਦਾਂ ਦਾ ਖੌਫ ਬਣਾਤਾ ਇੱਕ ਛੋਟੀ ਜਿਹੀ ਝਗੜੇ ਦੀ ਘਟਨਾ ਨੂੰ ਲੈ ਕੇ। ਸੋ ਸਾਡੇ ਉਹਨਾਂ ਵੱਲੋਂ ਮੰਗੀ ਮਾਫੀ ਕਿ ਸੁਪਰੀਮ ਕੋਰਟ ਦੇ ਕੰਡੈਂਟ ਜਿਹੜੀ ਉਹਨਾਂ ਨੇ ਕੀਤੀ ਉਹਦੇ ਕੋਲੋਂ ਮੰਗੀ ਮਾਫੀ। ਉਸ ਨੂੰ ਲੈ ਕੇ ਸਾਡੇ ਵਕੀਲ ਸਾਹਿਬ ਨੇ ਅੱਛੀ ਬਹਿਸ ਕੀਤੀ, ਜਿਸ ਦੇ ਵਿੱਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਐਸਐਚਓ ਦੇਸਰਾਜ ਨੂੰ ਤੇ ਨਾਲ ਚਰਨਜੀਤ ਏਐਸਆਈ ਨੂੰ, ਔਰ ਉਹਦੇ ਲਈ ਹਾਈ ਕੋਰਟ ਨੂੰ ਲਿਖ ਦਿੱਤਾ ਗਿਆ ਕਿ ਸੈਸ਼ਨ ਕੋਰਟ ਜਿਹੜਾ ਹੈ ਉਹ ਇਹਨਾਂ ਨੂੰ ਸਜ਼ਾ ਦੇਣ ਦੇ ਜਾਂ ਫੈਸਲਾ ਦੇਣ ਦੇ ਸਾਨੂੰ ਰਾਈਟਸ ਨਹੀਂ ਹੈ। ਇਹ ਹਾਈ ਕੋਰਟ ਦੇ ਕੋਲ ਹਾਈ ਕੋਰਟ ਨੂੰ ਲਿਖ ਦਿੱਤਾ ਗਿਆ। ਅਸੀਂ ਜਾਵਾਂਗੇ ਹਾਈ ਕੋਰਟ ਤੱਕ। ਜੇ ਹਿੰਦੂ ਸਮਾਜ ਦੇ ਨਾਲ ਇਸੇ ਤਰੀਕੇ ਨਾਲ ਧੱਕਾ ਕਰਦੇ ਰਹੇ, ਜਿਹੜੇ ਦੂਜੇ ਸਮੁਦਾਇ ਨੂੰ ਖੁਸ਼ ਕਰਨ ਵਾਸਤੇ ਜੇ ਧੱਕਾ ਕਰਦੇ ਰਹੇ, ਤਾਂ ਸੁਪਰੀਮ ਕੋਰਟ ਵੀ ਅਸੀਂ ਜਾਣ ਨੂੰ ਤਿਆਰ ਹਾਂ। ਬਿਲਕੁਲ ਵੀ ਡਰਾਂਗੇ ਨਹੀਂ। ਹਰ ਤਰੀਕੇ ਦਾ ਲੋਕਤੰਤਰ ਜਿਹੜਾ ਤਰੀਕਾ ਹੈਗਾ, ਜਿਹੜਾ ਸਾਨੂੰ ਰਾਈਟ ਦਿੰਦੇ ਆ, ਅਸੀਂ ਉਹਨਾਂ ਨੂੰ ਅਪਣਾਵਾਂਗੇ। ਮੇਰੀ ਇੱਕ ਵਾਰ ਫੇਰ ਮੁਸਲਿਮ ਸਮਾਜ ਅੱਗੇ ਬੇਨਤੀ ਹੈ, ਪੰਜਾਬੀ ਮੁਸਲਮਾਨਾਂ ਦੇ ਨਾਲ ਸਾਡਾ ਬੜਾ ਪੁਰਾਣਾ ਭਾਈਚਾਰਾ, ਅਸੀਂ ਸਾਰੇ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੇ ਹਾਂ। ਲੇਕਿਨ ਜਿਹੜੀਆਂ ਸ਼ਰਾਰਤਾਂ ਕੀਤੀਆਂ ਗਈਆਂ,
ਇਹ ਬਾਹਰਲੀਆਂ ਸਟੇਟਾਂ ਤੋਂ ਆ ਕੇ ਹੀ ਮੁਸਲਮਾਨਾਂ ਨੇ ਕੀਤੀਆਂ ਗਈਆਂ। ਸਿੱਧੀ ਗੱਲ ਹੈ, ਕੋਈ ਦੋ ਰਾਏ ਨਹੀਂ ਕਿ ਉਹ ਚਾਹੁੰਦੇ ਨੇ ਪੱਗਾ ਪਾਉਣਾ ਸਾਡੇ ਨਾਲ, ਲੇਕਿਨ ਅਸੀਂ ਹਰ ਦੁਕਾਨ ਤੇ ਝੰਡੀ ਲਵਾਵਾਂਗੇ, ਮੁਸਲਮਾਨ ਦੀਆਂ ਦੁਕਾਨਾਂ ਅਸੀਂ ਛੱਡ ਦਿਆਂਗੇ। ਉਹਦੀ ਵਜ੍ਹਾ ਤਾਂ ਕਿ ਉਹਨਾਂ ਨੂੰ ਫੇਰ ਕਹਿਣ ਦਾ ਮੌਕਾ ਨਾ ਮਿਲੇ ਕਿ ਸਾਡੀ ਦੁਕਾਨ ਦੇ ਅੱਗੇ ਕਾਲੇ ਝੰਡੇ ਲਾਓ। ਅਸੀਂ ਹਿੰਦੂ ਸਮਾਜ ਲਈ ਸੰਘਰਸ਼ ਕਰ ਰਹੇ ਹਾਂ, ਹਿੰਦੂਆਂ ਦੇ ਝੂਠੇ ਮੁਕੱਦਮਿਆਂ ਦੇ ਇੱਧਰ ਵਿਰੋਧ ਦੇ ਵਿੱਚ ਅਸੀਂ ਬੋਲ ਰਹੇ ਹਾਂ। ਸਾਡਾ ਹਿੰਦੂ ਸਮਾਜ, ਸਾਡਾ ਸਿੱਖ ਸਮਾਜ ਸਾਨੂੰ ਕਹਿ ਚੁੱਕਾ ਹੈ ਔਰ ਸਾਡਾ ਸਾਥ ਦੇ ਰਿਹਾ। ਪੂਰੇ ਹਿੰਦੂ ਸਮਾਜ ਨੂੰ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਜਾਵੇਗੀ, ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ, ਮੈਂ ਸੰਦੇਸ਼ ਨਹੀਂ ਦੇ ਸਕਦਾ, ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਅਪੀਲ ਕਰ ਸਕਦਾ ਕਿ ਮੇਰੇ ਹਿੰਦੂ ਵੀਰੋ, ਅਸੀਂ ਆਪਣੇ ਕਲਚਰ ਦੇ ਨਾਲ, ਅਸੀਂ ਆਪਣੇ ਕਲਚਰ ਦੇ ਵਿੱਚ, ਅਸੀਂ ਆਪਣੀ ਸੰਸਕ੍ਰਿਤੀ ਰਾਖੀ ਦੇ ਲਈ ਆਪਣੇ ਆਪਣੇ ਏਰੀਆ ਦੇ ਵਿੱਚ ਪ੍ਰਯਾਸ ਕਰਦੇ ਰਹਿਣਾ ਹੈ। ਮੁਸਲਮਾਨ ਆਬਾਦੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਵੱਧ ਰਹੀ ਹੈ, ਉਹ ਇੰਟਰਨੈਸ਼ਨਲ ਸਾਜ਼ਿਸ਼ ਦਾ ਨਤੀਜਾ ਹੈ ਔਰ ਅਸੀਂ ਕੋਸ਼ਿਸ਼ ਪੂਰੀ ਕਰਨੀ ਹੈ ਕਿ ਅਸੀਂ ਆਪਣੇ ਕਲਚਰ ਦੇ ਵਿੱਚ ਹੀ ਰਹੀਏ ਤੇ ਇਹ ਆਬਾਦੀ ਅਸੀਂ ਨਾ ਵਧਣ ਦੀ। ਮੇਰਾ ਇਹ ਸੰਦੇਸ਼ ਹੈ। ਇੱਕ ਅਪੀਲ ਹੋਰ ਹੈ, ਮੇਰੇ ਹਿੰਦੂ ਵੀਰਾਂ ਅੱਗੇ ਅਪੀਲ ਹੈ, ਸਿੱਖ ਵੀਰਾਂ ਅੱਗੇ, ਕਿ ਜਿਹੜੇ ਬਾਹਰੋਂ ਆ ਕੇ ਵਸ ਰਹੇ ਨੇ, ਕੋਈ ਵੀ ਮੇਰਾ ਭਰਾ ਇਹਨਾਂ ਨੂੰ ਦੁਕਾਨ ਜਾਂ ਇਹਨਾਂ ਨੂੰ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ 100 ਵਾਰ ਸੋਚੇ ਕਿ ਅਸੀਂ ਆਪਣੀ ਸੰਖਿਆ ਘਟਾਉਣ ਲਈ ਦੇ ਰਹੇ ਹਾਂ ਕਿ ਪੈਸੇ ਦੇ ਲਾਲਚ ਨੂੰ ਦੇ ਰਹੇ ਹਾਂ। ਇਹ ਮੇਰੀ ਉਹਨਾਂ ਅੱਗੇ ਅਪੀਲ ਹੈ। ਸੋਚ ਕੇ ਇਹਨਾਂ ਨੂੰ ਵਸਾਇਆ ਜਾਵੇ, ਸੋਚ ਕੇ ਵਸਾਇਆ।